ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ। ਵਿਊਅਰਸ, ਜਿਵੇਂ ਆਪਾਂ ਸਾਰੇ ਜਾਣਦੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਮਾਮਲਾ ਪਿਛਲੇ ਦਹਾਕਿਆਂ ਤੋਂ ਰਿੜਕਿਆ ਜਾ ਰਿਹਾ ਹੈ, ਪਰ ਸੁਲਝਣ ਦੀ ਬਜਾਏ ਜਿਹੜਾ ਇਹ ਮਾਮਲਾ ਹੈ ਉਹ ਹੋਰ ਵੀ ਉਲਝਦਾ ਜਾ ਰਿਹਾ ਹੈ ਤੇ ਹਰ ਯਤਨ 'ਚ ਘਾਟਾ ਹਮੇਸ਼ਾ ਪੰਜਾਬ ਨੂੰ ਝੱਲਣਾ ਪੈਂਦਾ ਹੈ। ਹੁਣ ਸਤਲੁਜ ਜਮਨਾ ਸੰਪਰਕ ਨਹਿਰ ਦੀ ਉਸਾਰੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ। ਹਰਿਆਣਾ ਨੂੰ ਇਸ ਸੰਪਰਕ ਨਹਿਰ ਰਾਹੀਂ ਕਿੰਨਾ ਪਾਣੀ ਮਿਲਦਾ ਹੈ ਤੇ ਇਹ ਪਾਣੀ ਪੰਜਾਬ ਦੇ ਕੋਲ ਦੇਣ ਦੇ ਲਈ ਹੈ ਕਿ ਨਹੀਂ, ਇਸ ਗੱਲ ਦੀ ਪੜਤਾਲ ਕੋਈ ਨਹੀਂ ਕਰ ਰਿਹਾ। ਬਸ ਇੱਕੋ ਗੱਲ ਫੜੀ ਹੋਈ ਹੈ ਕਿ ਨਹਿਰ ਕਢਾਉਣੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰਿਆਣਾ ਇਸ ਸਮੇਂ ਪੰਜਾਬ ਨਾਲੋਂ ਵੱਧ ਦਰਿਆਈ ਪਾਣੀ ਵਰਤ ਰਿਹਾ ਹੈ, ਫਿਰ ਵੀ ਪੰਜਾਬ ਦੇ ਪਾਣੀ ਦੇ ਉੱਪਰ ਹੱਕ ਜਤਾ ਰਿਹਾ ਹੈ। ਵਿਊਅਰਸ, ਪੰਜਾਬ ਦੇ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਲਿਜਾਣ ਦੇ ਲਈ ਸਤਲੁਜ ਜਮਨਾ ਸੰਪਰਕ ਨਹਿਰ ਦੀ ਉਸਾਰੀ ਦਾ 85% ਕੰਮ ਅਕਾਲੀ ਦਲ ਦੀ ਬਰਨਾਲਾ ਸਰਕਾਰ ਸਮੇਂ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਬਰਨਾਲਾ ਸਰਕਾਰ ਦੇ ਕੈਬਨਿਟ ਮੰਤਰੀ ਸਨ। ਚਾਹੇ ਅੱਜ ਇਹ ਬਾਦਲ ਸਰਕਾਰ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਣ, ਇਹ ਦੋਵੇਂ ਹੀ ਪੰਜਾਬ ਦੇ ਪਾਣੀ ਦੀ ਲੁੱਟ ਦੇ ਵਿੱਚ ਪਾਈਵਾਲ ਹਨ। ਪਰ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਦੇ ਪਾਣੀ ਦੀ ਵੰਡ ਬਾਰੇ ਇਹ ਵਿਚਾਰ ਦਿੱਤੇ ਹਨ ਕਿ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ। ਸੋ ਵਿਊਅਰਸ, ਅੱਜ ਅਸੀਂ ਛੋਟੇਪੁਰ ਜੀ ਨਾਲ ਇਸ SYL ਇਸ਼ੂ ਤੇ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲੋਂ ਜਾਣਾਂਗੇ ਕਿ ਇਸ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸੁੱਚਾ ਸਿੰਘ ਛੋਟੇਪੁਰ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਸੋ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦੀ ਜਿਹੜੀ ਲੁੱਟ ਹੋ ਰਹੀ ਹੈ, ਇਸ ਮੁੱਦੇ ਤੇ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ? ਆਲਸੋ ਆਮ ਆਦਮੀ ਪਾਰਟੀ ਦਾ ਇਸ ਤੇ ਓਵਰਆਲ ਕੀ ਸਟੈਂਡ ਹੈ? ਦੇਖੋ ਭੈਣ ਜੀ, ਸਾਡਾ ਬੜਾ ਸਾਫ਼ ਸਟੈਂਡ ਹੈ ਜਿੱਥੇ ਜੀ ਤੇ ਜੇ ਪਾਣੀਆਂ ਕਰਕੇ ਹੀ ਤੇ ਪੰਜਾਬ ਆ, ਜੇ ਪਾਣੀ ਪੰਜਾਬ ਦੇ ਕੋਲੋਂ ਖੋਹ ਲਿਆ ਜਾਏ ਤੇ ਪੰਜਾਬ ਜਿਹੜਾ ਸਾਰੇ ਦੇਸ਼ ਦਾ ਅਨਾਜ ਭੰਡਾਰ ਭਰਦਾ ਰਿਹਾ ਜੀ, ਦੇਸ਼ ਦੀ ਲੀਡਰਸ਼ਿਪ ਨੂੰ ਬਾਹਰ ਦੇ ਮੁਲਕਾਂ 'ਚ ਮੰਗਣ ਤੋਂ ਬਚਾਇਆ ਜਿਵੇਂ ਜੀ। ਪੰਜਾਬ ਦਾ ਕਿਸਾਨ ਆ ਤੇ ਕਿਸਾਨੀ ਜਿਹੜੀ ਆ ਸਾਰੀ ਪਾਣੀ ਤੇ ਨਿਰਭਰ ਜੀ, ਤੇ ਇਸ ਕਰਕੇ ਸਾਡਾ ਬਿਲਕੁਲ ਸਾਫ਼ ਸਟੈਂਡ ਆ ਕਿ ਸਾਡੇ ਕੋਲ ਪਾਣੀ ਸਰਪਲਸ ਹੈ ਨਹੀਂ। ਅਸੀਂ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਆ ਉਹ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਅਸੀਂ ਕਿਸੇ ਦੇ ਦੁੱਖੀ ਨਹੀਂ ਆ। ਜਦੋਂ ਸਾਡੇ ਕੋਲ ਚੀਜ਼ ਸਰਪਲਸ ਹੋਵੇ ਤੇ ਅਸੀਂ ਗਵਾਂਢੀ ਨੂੰ ਵੀ ਦੇ ਸਕਦੇ ਹਾਂ। ਜਦੋਂ ਸਾਡੀ ਆਪਣੀ ਭੁੱਖ ਪੂਰੀ ਨਹੀਂ ਹੋਈ ਤੇ ਅਸੀਂ ਦੂਜਿਆਂ ਨੂੰ ਕਿਵੇਂ ਦੇ ਸਕਦੇ ਹਾਂ? ਇਸ ਕਰਕੇ ਸਾਨੂੰ ਜ਼ਿਲ੍ਹਾ ਇਹ ਆ ਕਿ ਸੈਂਟਰ ਸਾਡੇ ਨਾਲ ਜਾਤੀ ਕਰ ਰਿਹਾ। ਸੈਂਟਰ ਨੂੰ ਨਿਊਟਰਲ ਹੋਣਾ ਚਾਹੀਦਾ ਸੀ। ਸੈਂਟਰ ਨੇ ਹਰਿਆਣਾ ਦਾ ਪੱਖ ਲਿਆ, ਉਹ ਗੱਲ ਬਿਲਕੁਲ ਗਲਤ ਆ ਜੀ। ਜਦੋਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਵੰਡ ਹੈ ਇਹ ਰੈਪੀਰੀਅਨ ਰਾਈਟ ਦੇ ਮੁਤਾਬਕ ਸਾਡਾ ਇਹਦੇ ਤੇ ਹੱਕ ਬਣਦਾ। ਅਸੀਂ ਕੋਈ ਕਾਨੂੰਨ ਤੋਂ ਪਾਸੇ ਜਾ ਕੇ ਕੋਈ ਚੀਜ਼ ਨਹੀਂ ਮੰਗ ਰਹੇ। ਬੜੀ ਨਿਮਰਤਾ ਨਾਲ ਕਹਿ ਰਹੇ ਹਾਂ ਕਿ ਦੇਸ਼ ਦੀ ਬਾਰਡਰ ਸਟੇਟ ਹੈ, ਸਭ ਤੋਂ ਜ਼ਿਆਦਾ ਸਫਰ ਅਸੀਂ ਕਰਦੇ ਹਾਂ, ਗੁਜ਼ਰਦੇ ਅਸੀਂ ਹਾਂ, ਲੜਾਈਆਂ ਅਸੀਂ ਲੜਦੇ ਹਾਂ ਤੇ ਸਾਨੂੰ ਸ਼ਾਬਾਸ਼ੀ ਦੇਣ ਦੀ ਬਜਾਏ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ। ਚਾਹੀਦਾ ਤੇ ਸੀ ਕਿ ਸੈਂਟਰ ਨੂੰ ਬਿਲਕੁਲ ਨਿਊਟਰਲ ਹੁੰਦਾ, ਅਲਬੱਤਾ ਸਾਡਾ ਪੱਖ ਲੈਂਦੇ ਕਿਉਂਕਿ ਅਸੀਂ ਸਾਰੇ ਦੇਸ਼ ਦੀ ਸਰਹੱਦ ਦੀ ਰਾਖੀ ਵੀ ਕਰਦੇ ਹਾਂ, ਸਾਰੇ ਦੇਸ਼ ਨੂੰ ਰਾਸ਼ਨ ਪਾਣੀ ਵੀ ਛਕਾਉਂਦੇ। ਪਰ ਇਹ ਜਾਤੀ ਹੈ। ਪਰ ਮੈਂ ਸਮਝਦਾ ਇਹਦੇ ਵਿੱਚ ਫੇਲੀਅਰ ਹੈ ਜਿਹੜੀਆਂ ਪਹਿਲੀਆਂ ਪੁਰਾਣੀਆਂ ਨੈਸ਼ਨਲ ਪਾਰਟੀਆਂ ਨੇ ਔਰ ਈਵਨ ਬਾਦਲ ਸਾਹਿਬ ਤਾਂ ਹੁਣ ਬਿਲਕੁਲ ਉਹ ਮੈਂ ਸਮਝਦਾ ਮਗਰਮੱਛ ਵਾਲੇ ਅੱਥੂ ਵਹਾਉਣ ਵਾਲੀ ਗੱਲ ਆ। ਇਹਨਾਂ ਨੇ ਤਾਂ 2 ਕਰੋੜ ਰੁਪਇਆ ਲੈ ਕੇ ਜਿਹੜੀ ਨਹਿਰ ਕੱਢਣ ਦੀ ਆਗਿਆ ਦਿੱਤੀ ਸੀਗੀ। ਉਹਦੇ ਅਫਜ਼ਾਨੇ ਦੇ ਵਿੱਚ ਦੇਵੀਲਾਲ ਹੋਣਾ ਦੇ ਕੋਲੋਂ ਜਿਹੜਾ 5 ਸਟਾਰ ਜਿਹੜਾ 7 ਸਟਾਰ ਹੋਟਲ ਬਣਾਇਆ ਉਹ ਜਗ੍ਹਾ ਲਈ ਸੀਗੀ ਕੌਡੀਆਂ ਦੇ ਭਾਅ। ਇਸ ਕਰਕੇ ਇਹੋ ਜਿਹੀਆਂ ਗੱਲਾਂ ਹੁਣ ਇਸ ਸਟੇਜ ਤੇ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਇਹੋ ਜਿਹੀਆਂ ਗੱਲਾਂ ਕਰਦੇ। ਆਪਣਾ ਸਟੈਂਡ ਬਿਲਕੁਲ ਇਹਦੇ ਤੇ ਕਲੀਅਰ ਆ। ਸਾਡੇ ਕੋਲ ਸਭ ਕੁਝ ਪਾਣੀ ਹੈ ਨਹੀਂ, ਅਸੀਂ ਪਾਣੀ ਨਹੀਂ ਦੇਣਾ। ਓਕੇ, ਸੋ ਵੀਰ ਜੀ, ਜਿਹੜੇ ਇਹ ਵਿਚਾਰ ਹੈਗੇ ਤੁਹਾਡੇ ਪਰਸਨਲ ਵਿਚਾਰ ਹੈਗੇ ਕਿ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਹੈਗੇ ਆ ਮੈਂਬਰਸ ਇਸ ਚੀਜ਼ ਤੇ ਅਗਰੀ ਕਰਦੇ? ਮੇਰਾ ਖਿਆਲ ਆ, ਵੇਖੋ ਮੇਰੇ ਤਾਂ ਵਿਚਾਰ ਇਹੀ ਹੈ ਕਿ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ, ਤੁਸੀਂ ਮੈਨੂੰ ਪੁੱਛਿਆ ਤੇ ਮੇਰੇ ਬਿਲਕੁਲ ਇਹਦੇ ਉੱਤੇ ਕਲੀਅਰ ਵਿਚਾਰ ਆ। ਮੈਂ ਤਾਂ ਇਸ ਤੋਂ ਵੀ ਗਾਂ ਦੱਸਣਾ ਚਾਹੁੰਦਾ ਕਿ 2004 ਦੇ ਵਿੱਚ ਜਦੋਂ ਵਾਟਰ ਟਰਮੀਨਲ ਐਕਟ ਅਸੈਂਬਲੀ 'ਚ ਲਿਆਂਦਾ, ਮੈਂ ਉਦੋਂ ਇੰਡੀਪੈਂਡੈਂਟ ਗਰੁੱਪ ਦਾ ਲੀਡਰ ਸਾਂ। ਇਹ ਬਿੱਲ ਅਸੈਂਬਲੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਲੈ ਕੇ ਆਇਆ ਸੀ 2004 ਦੇ ਵਿੱਚ। ਔਰ ਉਸ ਵੇਲੇ ਉਹਨਾਂ ਜਿਹੜਾ ਸਪੀਕਰ ਸੀਗਾ ਆਪਣਾ ਕੇਵਲ ਕਿਸ਼ਨ, ਉਹਨੇ ਸਾਡਾ ਐਕਸੈਪਟ ਨਹੀਂ ਸੀ ਕੀਤਾ ਤਾਂ ਮੁੜ ਕੇ ਅਮੈਂਡਮੈਂਟ ਕਰਾ ਕੇ ਉਹੀ ਬਿੱਲ ਜਿਹੜਾ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਇਆ। ਇਸ ਕਰਕੇ ਅਸੀਂ ਤਾਂ ਬਿਲਕੁਲ, ਮੈਂ ਤਾਂ ਖਾਸ ਤੌਰ ਤੇ ਵਚਨਬੱਧ ਹਾਂ ਬਿਲਕੁਲ ਇਸ ਤੇ, ਕਿਉਂਕਿ ਮੈਂ ਤਾਂ ਅੱਜ ਤੋਂ 12 ਸਾਲ ਪਹਿਲਾਂ ਵੀ ਇਸ ਇਸ਼ੂ ਤੇ ਕਲੀਅਰ ਆਪਣਾ ਸਟੈਂਡ ਕੀਤਾ ਸੀ, ਚਾਹੇ ਮੈਂ ਉਦੋਂ ਇੰਡੀਪੈਂਡੈਂਟ ਸੀਗਾ ਤੇ ਹੁਣ ਵੀ ਮੇਰਾ ਸਟੈਂਡ ਕਲੀਅਰ ਹੈ। ਅਸੀਂ ਕੋਈ ਗੱਲ ਨਹੀਂ।
ਓਕੇ ਅਮੀ ਵੀਰ ਤੁਹਾਡਾ ਸਟੈਂਡ ਤਾਂ ਕਲੀਅਰ ਹੈ, ਕਿ ਜਿਸ ਤਰ੍ਹਾਂ ਪਹਿਲਾਂ ਬਾਦਲ ਪਿਓ ਪੁੱਤ ਨੇ ਬਹੁਤ ਸਾਰੇ ਭਾਸ਼ਣ ਦਿੱਤੇ ਕਿ ਅਸੀਂ ਸਿਰ ਕਟਾ ਦਾਂਗੇ, ਪਾਣੀ ਦੀ ਇੱਕ ਬੂੰਦ ਵੀ ਜਾਣ ਨਹੀਂ ਦੇਵਾਂਗੇ ਬਾਹਰ ਪੰਜਾਬ ਤੋਂ। ਫਿਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਸਨੇ ਵੀ ਆਪਣੀ ਸਿਆਸੀ ਰੋਟੀਆਂ ਲੱਤੀਆਂ, ਤੇ ਹੁਣ ਆਮ ਆਦਮੀ ਪਾਰਟੀ ਸਾਹਮਣੇ ਆਈ ਹੈ। ਆਈ ਨੋ ਕਿ ਤੁਸੀਂ ਆਪਣਾ ਸਟੈਂਡ ਸਪਸ਼ਟ ਰੱਖਦੇ ਹੋ, ਤੁਸੀਂ 2000 ਦਾ ਬਿੱਲ ਸਿੱਖ ਅਸੈਂਬਲੀ ਤੱਕ ਲੈ ਕੇ ਗਏ 2004 ਦਾ, ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਮੈਂ ਪੁੱਛ ਰਹੀ ਕਿ ਉਹਨਾਂ ਦਾ ਸਟੈਂਡ, ਕਿਉਂਕਿ ਇਹ ਕੁਐਸਚਨ ਸਾਨੂੰ ਫੇਸਬੁੱਕ ਤੇ ਪੁੱਛੇ ਜਾਂਦੇ ਨੇ ਕਿ ਉਹਨਾਂ ਦਾ ਇਸ ਮਿਸਟਰ ਕੇਜਰੀਵਾਲ ਦਾ ਸਪੈਸ਼ਲੀ ਪੰਜਾਬ ਦੇ ਮਸਲੇ ਦੇ ਵਿੱਚ, ਪੰਜਾਬ ਦੇ ਪਾਣੀ ਦੇ ਵਿੱਚ ਜਾਂ ਪੰਜਾਬੀਆਂ ਦੇ ਮਸਲੇ ਦੇ ਵਿੱਚ ਉਹਨਾਂ ਦਾ ਕੀ ਸਟੈਂਡ ਹੈ ਇਸ ਮੁੱਦੇ ਤੇ? ਮੇਰਾ ਖਿਆਲ ਹੈ ਕੇਜਰੀਵਾਲ ਸਾਹਿਬ ਨੈਸ਼ਨਲ ਲੀਡਰ ਨੇ, ਉਹ ਤਾਂ ਕਾਨੂੰਨ ਦੇ ਮੁਤਾਬਕ ਹੀ ਚੱਲਣ ਵਾਲੇ ਇਨਸਾਨ ਨੇ। ਪਰ ਕਾਨੂੰਨ ਦੇ ਮੁਤਾਬਕ ਤਾਂ ਵੀਰ ਜੀ, ਕਾਨੂੰਨ ਦੇ ਮੁਤਾਬਕ ਤਾਂ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਤਾਂ ਸੈਂਟਰਲ ਦੇ ਅਧੀਨ ਹੈਗਾ, ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਡੂ ਯੂ ਥਿੰਕ ਕਿ ਕੱਲ ਨੂੰ ਸੈਂਟਰ ਦੇ ਅਧੀਨ ਹੈ ਬੇਟੇ, ਰਿਪੇਰੀਅਨ ਰਾਈਟ ਤਾਂ ਜਿਹੜਾ ਉਹਦੇ ਤਾਂ ਮੁਤਾਬਕ ਜਿੱਥੋਂ ਕੋਈ ਚੀਜ਼ ਨਿਕਲਦੀ ਹੈ ਉਹ ਸਟੇਟ ਦਾ ਉਹਦੇ ਤੇ ਹੱਕ ਆ। ਪਰ ਫਿਰ ਜਿਸ ਤਰ੍ਹਾਂ ਪਾਣੀ ਸਾਡੀ ਕਰਕੇ ਜਾਂਦਾ ਵਾ ਸਭ ਕੁਝ, ਜਿਸ ਤੁਸੀਂ ਗੱਲ ਕੀਤੀ ਰਿਪੇਅਰ ਰਾਈਟ ਸੀ, ਪਰ ਉਹਦੇ ਥੱਲੇ ਤਾਂ ਫਿਰ ਜਿਹੜਾ ਪੰਜਾਬ ਦਾ ਪਾਣੀ ਇਹਨਾਂ ਪਹਿਲਾਂ ਲੁੱਟਿਆ ਜਾ ਚੁੱਕਿਆ ਜਾਂ ਹੁਣ ਲੁੱਟਣ ਜਾ ਰਿਹਾ ਵਾ, ਇਸ ਦੇ ਮੁਤਾਬਿਕ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ। ਡੋਂਟ ਯੂ ਥਿੰਕ ਸੋ? ਬਿਲਕੁਲ ਚਾਹੀਦਾ, ਬਿਲਕੁਲ ਚਾਹੀਦਾ। ਮੈਂ ਤਾਂ ਕਿਹਾ ਵੀ ਡਿਸਕ੍ਰਿਮੀਨੇਸ਼ਨ ਸੈਂਟਰ ਨੇ ਸਾਡੇ ਨਾਲ ਅੱਜ ਤੱਕ ਕੀਤੀ ਹੈ। ਪਹਿਲਾਂ ਹੁਣ ਕੈਪਟਨ ਸਾਹਿਬ ਕਹਿੰਦੇ ਫਿਰਦੇ, ਉਦੋਂ ਇੰਦਰਾ ਗਾਂਧੀ ਨੇ ਆਣ ਕੇ ਕਪੂਰੀ ਦੇ ਸਥਾਨ ਤੇ ਉਦੋਂ ਇਹਦਾ SYL ਦਾ ਨੀਂਹ ਪੱਥਰ ਰੱਖ ਕੇ ਗਈ ਸੀ, ਉਦੋਂ ਕੈਪਟਨ ਸਾਹਿਬ ਉਸੇ ਪਾਰਟੀ ਦੇ ਨਾਲ ਸੀ। ਬਿਲਕੁਲ ਜੀ ਜੀ। ਔਰ ਹੁਣ ਵੀ ਮੇਰਾ ਖਿਆਲ ਆ ਵੀ ਇਹਨਾਂ ਨੇ ਬਾਦਲ ਸਾਹਿਬ ਇਸ ਕੇਸ ਨੂੰ ਸੀਰੀਅਸਲੀ ਨਾਲ ਫਾਈਟ ਨਹੀਂ ਕੀਤਾ। ਔਰ ਅਸੀਂ ਤਾਂ ਬਿਲਕੁਲ ਜੋ ਸਾਡੇ ਮਨ ਚ ਹੈ, ਕਿਉਂਕਿ ਸਾਡੀ ਪਾਰਟੀ ਨਵੀਂ ਪਾਰਟੀ ਆ, ਪਹਿਲਾਂ ਵੀ ਮੇਰਾ ਪਰਸਨਲ ਸਟੈਂਡ ਵੀ ਇਹੀ ਰਿਹਾ ਔਰ ਪਾਰਟੀ ਦਾ ਵੀ ਮੇਰਾ ਖਿਆਲ ਸਟੈਂਡ ਇਹੀ ਹੈ। ਓਕੇ ਅਮੀ ਲਾਈਕ ਆਈ ਹੋਪ ਕਿ ਵੀਰ ਜੀ ਕੇਜਰੀਵਾਲ ਸਾਹਿਬ ਸਾਨੂੰ ਜਿਹੜਾ ਪਾਣੀ ਲੁੱਟਿਆ ਜਾ ਚੁੱਕਿਆ ਇੰਨੇ ਸਾਲਾਂ ਦਾ, ਇਸ ਦੇ ਪਾਣੀ ਦਾ ਹਿਸਾਬ ਸਾਡੇ ਸਿੱਖਾਂ ਦੇ ਨਾਲ ਜ਼ਰੂਰ ਕਰਨ। ਸਾਡਾ ਜਿਹੜਾ ਪੈਸਾ ਲੁੱਟਿਆ ਗਿਆ ਹੈ, ਪਾਣੀ ਲੁੱਟਿਆ ਗਿਆ ਹੈ, ਇਹ ਪੈਸਾ ਵਾਪਿਸ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਹੈਗਾ, ਤਾਂ ਹੀ ਤਾਂ ਲੋਕ ਕਿ ਆਪਣੀ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਨਗੇ। ਸੋ ਵੀਰ ਜੀ ਇਹ ਤਾਂ ਅਸੀਂ ਪਾਣੀ ਦੀ ਗੱਲ ਕੀਤੀ, ਪਾਣੀ ਦੇ ਮੁੱਦੇ ਤੇ। ਹੁਣ ਇੱਕ ਹੋਰ ਮੁੱਦਾ ਸਾਹਮਣੇ ਆਇਆ ਸੀਗਾ, ਉਸ ਦੇ ਉੱਪਰ ਵੀ ਤੁਹਾਡੇ ਅਸੀਂ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਹਰਿਆਣਾ ਦਾ ਇਸ਼ੂ ਸੀਗਾ, ਹਰਿਆਣਾ ਦੇ ਵਿੱਚ ਇੰਨੀ ਗੁੰਡਾਗਰਦੀ ਹੋਈ, ਲੋਕਾਂ ਦੀਆਂ ਧੀਆਂ ਪੈਰਾਂ ਬੇਪਤ ਹੋਈਆਂ। ਬੜੀ ਬਦਕਿਸਮਤੀ ਹੈ ਜੀ, ਬੜੀ ਦੁੱਖ ਦੀ ਗੱਲ ਆ ਕਿ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਸੀਗੀ, ਬਾਦਲ ਸਾਹਿਬ ਨਾਲ ਭਾਈਵਾਲ ਸੀਗੇ। ਪੰਜਾਬ ਦੇ ਵਿੱਚ ਵੀ ਬੀਜੇਪੀ ਬਾਦਲ ਨਾਲ ਭਾਈਵਾਲ ਆ। ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਜੀ। ਜੋ ਉੱਥੇ ਹਾਲ ਪੰਜਾਬੀਆਂ ਦਾ ਹੋਇਆ ਜੀ, ਔਰ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਲੋਕਾਂ ਦੀਆਂ ਜਾਇਦਾਦਾਂ ਦੇ ਨਾਲ ਨਾਲ ਲੋਕਾਂ ਦੀਆਂ ਇੱਜ਼ਤਾਂ ਨੂੰ ਵੀ ਹੱਕ ਪਾਏ ਗਏ ਆ, ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਸਫੀਸ਼ੀਐਂਟ ਲਿਆ ਗਿਆ। ਜੇ ਕੋਈ ਜਿਹੜੇ ਅਫਸਰ ਜ਼ਿੰਮੇਵਾਰ ਸੀ ਉਹਨਾਂ ਨੂੰ ਟੰਗਣਾ ਚਾਹੀਦਾ ਸੀ, ਜਿਹੜੇ ਪੋਲੀਟੀਕਲ ਬੰਦੇ ਕੋਈ ਉਹਦੇ ਪਿੱਛੇ ਸੀ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ, ਤਾਂ ਕਿ ਸਾਨੂੰ ਵੀ ਪਤਾ ਲੱਗਦਾ ਕਿ ਇਸ ਦੇਸ਼ 'ਚ ਸਾਰਾ ਕੁਝ ਫੇਅਰ ਹੋ ਰਿਹਾ ਵਾ। ਬਿਲਕੁਲ ਬਵੀ ਜੀ, ਜੇ ਇਹ ਗੱਲਾਂ ਜਦੋਂ ਕਿਸੇ ਪੰਜਾਬੀ ਕੋ ਕਰਦਾ ਤਾਂ ਉਹਦੇ ਤੇ ਹੋਰ ਤਰ੍ਹਾਂ ਸੋਚ ਹੁੰਦੀ ਹੈ ਜੀ। ਜਦੋਂ ਇਹਨਾਂ ਨੇ ਕੀਤਾ ਤਾਂ ਉਸ ਤਰ੍ਹਾਂ ਬਿਲਕੁਲ ਲਿੰਬਾ ਪੋਚੀ ਕਰਨ ਤੇ ਲੱਗੇ ਹੋਏ ਆ ਜੀ। ਪਰ ਵੀਰ ਜੀ ਜਿਸ ਤਰ੍ਹਾਂ ਲਾਈਕ 35,000 ਕਰੋੜ ਰੁਪਏ ਦਾ ਨੁਕਸਾਨ ਹੁੰਦਾ, ਇੰਨਾ ਕੁਛ ਬਰਬਾਦ ਹੁੰਦਾ, ਜਿਹੜੇ ਸਿੱਖ ਨੇ ਜਾਂ ਪੰਜਾਬੀ ਨੇ ਉਹਨਾਂ ਦੇ ਬਿਜ਼ਨਸ ਉਹਨਾਂ ਨੇ ਸੜ ਕੇ ਸਵਾਹ ਕਰ ਦਿੱਤੇ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਇਸ ਤੇ ਕੋਈ ਸਟੈਂਡ ਜਾਂ ਇਸ ਤੇ ਕੋਈ ਜ਼ਿਆਦਾ ਇੰਟਰਸਟ ਨਹੀਂ ਦਿਖਾਇਆ, ਐਸਾ ਕਿਉਂ? ਨਹੀਂ ਬੇਟੇ, ਸਟੈਂਡ ਤਾਂ ਪੂਰਾ ਕੇਜਰੀਵਾਲ ਸਾਹਿਬ ਨੇ ਬੜਾ ਸਖਤ ਬਿਆਨ ਦਿੱਤਾ ਸੀਗਾ, ਐਸੀ ਤੇ ਕੋਈ ਗੱਲ ਨਹੀਂ। ਸਾਰਿਆਂ ਨੇ ਕਿਹਾ, ਸਾਰਿਆਂ ਨੇ, ਕੇਜਰੀਵਾਲ ਸਾਹਿਬ ਨੇ ਵੀ ਇਹਦੇ ਤੇ ਬੜਾ ਸਖਤ ਸਟੈਂਡ ਲਿਆ ਸੀ। ਸਾਰਿਆਂ ਨੇ ਸਟੇਟਮੈਂਟਾਂ ਸਾਰਿਆਂ ਨੇ ਦਿੱਤੀਆਂ ਨੇ, ਪਰ ਅਸੀਂ ਇਸ ਇਸ਼ੂ ਤੇ ਕਹਿ ਹੀ ਸਕਦੇ ਸੀ ਜੇ ਹੋਰ ਇਸ ਇਸ਼ੂ ਤੇ ਕੀ ਕਰ ਸਕਦੇ। ਜਦੋਂ ਸੈਂਟਰ ਤੇ ਸਟੇਟ ਜਿਹੜੀ ਆ ਉਹ ਦੋਵੇਂ ਇੱਕੋ ਪਾਰਟੀ ਦੀ ਸੀ, ਇਹ ਤਾਂ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹਨਾਂ ਦੇ ਅਗੇਂਸਟ ਸਖਤ ਸਟੈਂਡ ਲੈਂਦੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ। ਆਮੀ ਲਾਈਕ ਜਿਸ ਤਰ੍ਹਾਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ, ਮੈਂ ਇਸ ਲਈ ਪੁੱਛ ਰਹੀ ਹਾਂ ਕਿਉਂਕਿ ਨਰਿੰਦਰ ਮੋਦੀ ਨੇ ਮੁਸਲਮਾਨਾਂ ਦਾ ਕੀਤਾ ਤੇ ਭਾਜਪਾ ਦੀ, ਜਦੋਂ ਬੀਜੇਪੀ ਤੁਸੀਂ ਗੱਲ ਕੀਤੀ, ਬੀਜੇਪੀ ਦੀ ਸਰਕਾਰ ਹੈ, ਉਹਨਾਂ ਦੇ ਹੁੰਦੇ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਪਰ ਦਿਸ ਇਜ਼ ਅ ਚਾਂਸ ਕਿ ਆਮ ਆਦਮੀ ਪਾਰਟੀ ਕੋਈ ਸਟੈਂਡ ਲੈ ਕੇ ਆਪਣਾ ਪੱਖ ਸਾਹਮਣੇ ਰੱਖ ਸਕਦੀ ਸੀ, ਕੋਈ ਸਬੂਤ ਸਾਹਮਣੇ ਰੱਖ ਸਕਦੀ ਸੀ, ਪਰ ਉਹਨਾਂ ਨੇ ਕੁਝ ਇਸ ਦੇ ਵਿੱਚ ਆਈ ਨਾ ਕਿ ਭਾਸ਼ਣ ਵਗੈਰਾ ਬਹੁਤ ਹੈ, ਪਰ ਕੋਈ ਖਾਸ ਇੰਟਰਸਟ ਨਹੀਂ ਦਿਖਾਇਆ ਗਿਆ ਕਿਉਂਕਿ ਉਹ ਚੋਣਾਂ ਦੇ ਨਜ਼ਦੀਕ। ਉਹਦੇ ਵਿੱਚ ਦਿੱਲੀ ਦੇ ਵੀ ਕੋਈ ਲੇਡੀ ਸੀਗੀ, ਉਹਦੇ ਨੂੰ ਵੀ ਉਹਨਾਂ ਨੇ ਅਪਰੋਚ ਕੀਤਾ ਸੀ ਤੇ ਮੁੜ ਮਕਰਾ ਲੈਂਦੇ ਆ। ਜਿਸ ਤਰ੍ਹਾਂ ਮੋਗਾ ਕਾਂਡ ਦੇ ਵਿੱਚ ਸਾਰਿਆਂ ਨੂੰ ਪਤਾ ਸੀ ਇਹਨਾਂ ਦੀ ਬੱਸ ਥੱਲੇ ਕੁੜੀ ਮਾਰੀ ਗਈ ਹੈ, ਤੇ ਉਹਦੇ ਤੋਂ ਬਾਅਦ ਇਹਨਾਂ ਨੇ ਸਾਰਾ ਕੁਝ ਮੈਨੇਜ ਕਰ ਲਿਆ ਪੈਸੇ ਦੇ ਕੇ। ਇੱਥੇ ਵੀ ਮੈਨੂੰ ਜਾਪਦਾ ਕਿ ਇਹਨੇ ਸਾਰਿਆਂ ਨੂੰ, ਲੋਕਾਂ ਨੂੰ, ਕਿਸੇ ਨੂੰ ਡਰਾ ਕੇ, ਕਿਸੇ ਨੂੰ ਲਾਲਚ ਦੇ ਕੇ ਲੋਕਾਂ ਦਾ ਮੂੰਹ ਬੰਦ ਕੀਤਾ ਵਾ। ਨਹੀਂ ਅਦਰਵਾਈਜ਼ ਕੇਜਰੀਵਾਲ ਨੇ ਤਾਂ ਕੋਸ਼ਿਸ਼ ਪੂਰੀ ਕੀਤੀ ਸੀ ਵੀ ਜੇ ਕੋਈ ਵਿਟਨੈਸ ਜਿਹੜੀ ਹੈ ਦਿੱਲੀ ਵਾਲੀ ਵੀ ਬਣ ਜਾਵੇ ਇਹਨੂੰ, ਇਸ ਕੇਸ ਨੂੰ ਹਾਈਲਾਈਟ ਕੀਤਾ ਜਾਵੇ। ਜਦੋਂ ਲੋਕਾਂ ਦੀ ਸਾਥ ਸੱਤ ਹੈ ਨਹੀਂ, ਲੋਕ ਠੰਡੇ ਹੋ ਜਾਂਦੇ ਆ, ਮੈਨੇਜ ਹੋ ਜਾਂਦੇ ਆ, ਸਰਕਾਰਾਂ ਆਪਣਾ ਪ੍ਰਭਾਵ ਪਾ ਦਿੰਦੀਆਂ ਨੇ, ਉੱਥੇ ਫਿਰ ਥੋੜਾ ਜਿਹਾ ਕਾਨੂੰਨੀ ਤੌਰ ਤੇ ਬੰਦਾ ਥੋੜਾ ਜਿਹਾ ਪਰੇਸ਼ਾਨ ਹੋ ਜਾਂਦਾ। ਓਕੇ
ਓਕੇ ਵੀਰ ਜੀ। ਤੇ ਵੀਰ ਜੀ ਹੋਰ ਕੁਐਸਚਨਸ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਕੇਜਰੀਵਾਲ ਪੰਜਾਬ ਗਏ ਸੀ ਪਿਛਲੇ ਦਿਨੀ, ਓਵਰਆਲ ਉਹਨਾਂ ਦਾ ਪੰਜਾਬ ਦਾ ਦੌਰਾ ਕਿਵੇਂ ਰਿਹਾ? ਪੰਜਾਬ ਦੇ ਦੌਰੇ ਨੇ ਤੇ ਇੱਥੋਂ ਹੀ ਮੇਰਾ ਪਤਾ ਲੱਗ ਜਾਂਦਾ ਕਿ ਇਹਨਾਂ ਦੋਵਾਂ ਪਾਰਟੀਆਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਇਹਨਾਂ ਦੋ ਪਾਰਟੀਆਂ ਦੇ 5 ਦਿਨ ਇਹਨਾਂ ਦੇ ਕੋਲ ਹੋਰ ਕੋਈ ਸਟੇਟਮੈਂਟ ਹੀ ਨਹੀਂ ਸੀ ਕੇਜਰੀਵਾਲ ਦੇ ਅਗੇਂਸਟ ਬੋਲਣ ਤੋਂ ਬਿਨਾਂ। ਕਦੀ ਤਾਂ ਉਹਨਾਂ ਦਿਨਾਂ ਦੇ ਵਿੱਚ ਲੈ ਕੇ ਆਏ ਆ ਕੀ ਉਹ ਜਿਹੜੀ ਹੈਗੀ ਆ ਬੀਬੀ ਸ਼ੀਲਾ ਦੀਕਸ਼ਿਤ ਨੂੰ ਇੱਥੇ ਲੈ ਕੇ ਆਏ ਆ, ਫਿਰ ਉਹ ਮਾਕਨ ਨੂੰ ਲੈ ਕੇ ਆਏ ਆ, ਪਰ ਉਹਨਾਂ ਨੇ ਆਣ ਕੇ ਇੱਕ ਅੱਖਰ ਵੀ ਬੀਜੇਪੀ ਤੇ ਅਕਾਲੀਆਂ ਦੇ ਅਗੇਂਸਟ ਨਹੀਂ ਬੋਲਿਆ, ਕਿਉਂਕਿ ਸਰਕਾਰ ਇਹਨਾਂ ਦੀ ਸੀ, ਲੜਾਈ ਤੇ ਸਰਕਾਰ ਨਾਲ ਹੁੰਦੀ ਹੈ, ਸਾਡੀ ਤੇ ਸਰਕਾਰ ਨਹੀਂ ਹੈ। ਔਰ ਉਹ ਸਾਰਾ ਦਿਨ ਹੀ ਆਮ ਆਦਮੀ ਪਾਰਟੀ ਦੇ ਉਲਟੀ ਬੋਲਦੇ ਰਹੇ। ਇਹਦੇ ਤੋਂ ਸਾਫ਼ ਜ਼ਾਹਰ ਹੈ ਕਿ ਦੋਵੇਂ ਪਾਰਟੀਆਂ ਬਹੁਤ ਪਰੇਸ਼ਾਨ ਨੇ। ਇਹਨਾਂ ਨੂੰ ਹਕੀਕਤ ਦਾ ਪਤਾ ਲੱਗ ਗਿਆ, ਜਿਹੜੇ ਉਹਨੂੰ ਬਹੁਤ ਲਾਈਟਲੀ ਲੈਂਦੇ ਸੀ ਇਹਨਾਂ ਨੇ ਬੜਾ ਪ੍ਰਚਾਰ ਕੀਤਾ, ਦਿੱਲੀ ਨਹੀਂ ਕੁਛ ਕੀਤਾ, ਦਿੱਲੀ ਨਹੀਂ ਆ ਹੋ ਗਿਆ। ਔਰ ਸਾਰੀ ਦੁਨੀਆ ਨੂੰ ਪਤਾ ਵੀ ਦਿੱਲੀ ਦੇ ਵਿੱਚ ਲਿਮਟਡ ਪਾਵਰ ਹੋਣ ਦੇ ਬਾਵਜੂਦ ਵੀ ਉਹਨੂੰ ਕਹਿੰਦੇ ਸੀ ਇਹ ਮਿਊਨਿਸਪੈਲਿਟੀ ਹੈ। ਉਹਨੇ ਨੇ ਜੋ ਚੰਗੇ ਕੰਮ ਉੱਥੇ ਕੀਤੇ ਆ ਉਹਦਾ ਪ੍ਰਭਾਵ ਜਿਹੜਾ ਪਿਆ ਲੋਕਾਂ ਤੇ, ਔਰ ਉਹਦਾ ਪੰਜਾਬ ਨੇ ਵੀ ਪ੍ਰਭਾਵ ਕਬੂਲਿਆ। ਇਸ ਕਰਕੇ ਦੋਵੇਂ ਪਾਰਟੀਆਂ ਬਹੁਤ ਪਰੇਸ਼ਾਨ ਨੇ, ਬਹੁਤ ਤਰਲੋਮੱਛੀ ਨੇ। ਇੱਥੋਂ ਤੱਕ ਅੱਜ ਤੱਕ ਕਦੀ ਕੋਈ ਨੈਸ਼ਨਲ ਲੀਡਰ ਪੰਜਾਬ 'ਚ ਆਇਆ ਸੀ ਕਿਸੇ ਤੇ ਅਟੈਕ ਨਹੀਂ ਸੀ ਹੋਇਆ। ਇਹ ਪਹਿਲੀ ਵਾਰੀ ਆ ਕਿ ਇੱਕ ਬੜੇ ਵੱਡੇ ਮੌਬ ਨੇ ਉਹਨਾਂ ਤੇ ਅਟੈਕ ਕੀਤਾ, ਗੱਡੀ ਉਹਨਾਂ ਦੀ ਭੰਨੀ, ਉਹਨਾਂ ਨੂੰ ਜਾਨਲੇਵਾ ਉਹਨਾਂ ਤੇ ਹਮਲਾ ਕੀਤਾ। ਔਰ ਇਹਨਾਂ ਨੇ ਕੋਈ ਕੇਸ ਨਹੀਂ ਚੱਜ ਨਾਲ ਦਰਜ ਕੀਤਾ, ਸਿੰਪਲ ਇੱਕ ਰਫਰਗੀ ਦਰਜ ਕੀਤੀ ਹੈ। ਤਾਂ ਇਹਦੇ ਤੋਂ ਹੀ ਸਾਫ਼ ਆ ਕਿ ਬਹੁਤ ਉਹਦੇ ਤੋਂ ਪਰੇਸ਼ਾਨ। ਇਹਨਾਂ ਨੂੰ ਪਤਾ ਇਹੀ ਇੱਕ ਬੰਦਾ ਜਿਹੜਾ ਦਲੇਰ ਆ, ਕਮਿਟਡ ਆ, ਜਿਹੜਾ ਸਮਾਜ 'ਚ ਸੁਧਾਰ ਲਿਆਉਣਾ ਚਾਹੁੰਦਾ, ਜਿਹੜਾ ਨਾਨੀਆਂ ਬਾਨੀਆਂ ਤੇ ਕੇਸ ਦਰਜ ਕਰ ਸਕਦਾ, ਇਹਨਾਂ ਨੂੰ ਵੀ ਉਹਨੇ ਪਰੇਸ਼ਾਨ ਕੀਤਾ ਹੋਇਆ। ਇਹਨਾਂ ਦੀ ਜ਼ਮੀਨ ਜਿਹੜੀ ਇਹਨਾਂ ਦੇ ਪੈਰਾਂ ਥੱਲੋਂ ਨਿਕਲਦੀ ਇਹਨਾਂ ਨੂੰ ਦਿਸ ਰਹੀ ਹੈ। ਇਸ ਕਰਕੇ ਦੋਵੇਂ ਪਰੇਸ਼ਾਨ ਆ। ਔਰ ਦੋਵੇਂ ਪਾਰਟੀਆਂ, ਮੈਂ ਇਹ ਕਹਿ ਸਕਦਾ, ਮੈਂ ਤਾਂ ਪਿਛਲੇ 4-5 ਮਹੀਨਿਆਂ ਤੋਂ ਕਹਿ ਰਿਹਾ ਵੀ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਸਾਡਾ ਕੰਮ ਮੁੱਕ ਰਿਹਾ, ਇਹਨਾਂ ਦੋਵਾਂ ਪਾਰਟੀਆਂ ਨੇ ਇਕੱਠਿਆਂ ਹੋਣਾ ਵਾ ਆਮ ਆਦਮੀ ਪਾਰਟੀ ਨੂੰ ਡੱਕਣ ਵਾਸਤੇ। ਸੋ ਕੇਜਰੀਵਾਲ ਦੇ ਦੌਰੇ ਦਾ ਬਹੁਤ ਅੱਛਾ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਪਿਆ, ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਘਰੀ ਜਾ ਕੇ ਦੇਖਿਆ ਵੀ ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਿਹਾ, ਇਹਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ, ਇਹ ਇੱਥੇ ਕਿਉਂ ਪ੍ਰੋਬਲਮ ਆ ਜਿਹੜੀ ਕੈਂਸਰ ਦੀ ਆ, ਕਿਉਂ ਇੱਥੇ ਜਿਹੜੇ ਬੱਚੇ ਜਿਹੜੇ ਨਸ਼ਿਆਂ ਤੇ ਲੱਗ ਰਹੇ ਆ, ਇੱਥੇ ਪੀਣ ਵਾਲਾ ਪਾਣੀ ਜਿਹੜਾ 68 ਸਾਲਾਂ 'ਚ ਹਾਲੀ ਲੋਕਾਂ ਨੂੰ ਅਸੀਂ ਸਾਫ਼ ਸੁਥਰਾ ਪ੍ਰੋਵਾਈਡ ਨਹੀਂ ਕਰ ਸਕੇ ਫਾਜ਼ਿਲਕਾ ਦੇ ਲਾਗੇ, ਜਿੱਥੇ 13-14 ਪਿੰਡ ਆ ਜਿੱਥੇ ਜਿਹੜਾ ਵੀ ਬੱਚਾ ਜੰਮਦਾ ਉਹ ਅਪਾਹਜ ਜੰਮਦਾ, ਹੈਂਡੀਕੈਪ ਹੁੰਦਾ। ਇਹ ਸਾਰੀਆਂ ਸਮੱਸਿਆਵਾਂ ਉਹਨੇ ਲਾਗੂ ਆਣ ਕੇ ਦੇਖੀਆਂ। ਇਹ ਗੱਲਾਂ ਸੁਣੀਆਂ ਦਾ, ਇੱਕ ਗੱਲਾਂ ਆਪਣੀਆਂ ਅੱਖਾਂ ਨਾਲ ਦੇਖ ਕੇ, ਕੰਨਾਂ ਨਾਲ ਸੁਣ ਕੇ ਉਹਦਾ ਬਹੁਤ ਅਸਰ ਹੁੰਦਾ। ਉਹ ਪ੍ਰੈਕਟੀਕਲੀ ਟੂਰ ਤੇ ਆਇਆ ਸੀ ਕਿ ਪੰਜਾਬ ਦੀ ਸਮੱਸਿਆ ਕੀ ਹੈ। ਉਸ ਸਮੱਸਿਆ ਨੇ ਇਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ। ਜੀ ਵੀਰ ਜੀ। ਤੇ ਵੀਰ ਜਿਸ ਗੱਲ ਕੀਤੀ ਕਿ ਜਿਹੜੀ ਦੋਵੇਂ ਪਾਰਟੀਆਂ ਨੇ ਦੋਨੇ ਇਕੱਠੀਆਂ ਹੋ ਜਾਣਗੀਆਂ, ਪਰ ਜਿਹੜੀਆਂ ਇਹ ਦੋ ਪਾਰਟੀਆਂ ਨੇ, ਕਾਫੀ ਲੋਕ ਕਹਿੰਦੇ ਨੇ ਕਿ ਇਹ RSS ਦੀ A ਤੇ B ਟੀਮ ਹੈਗੀ ਆ। ਪਰ ਜਿਸ ਤਰ੍ਹਾਂ ਹੁਣ ਫੇਸਬੁੱਕ ਤੇ ਇਹ ਵੀ ਆਉਣ ਲੱਗ ਪਿਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ RSS ਦੀ C ਟੀਮ ਹੈ। ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕਹਿਣ ਦੀ ਤਾਂ ਗੱਲ ਕਰੋ, ਹਾਲੀ ਪ੍ਰਜ਼ਿਊਮ ਨਾ ਕਰੋ, ਹਾਲੀ ਇੱਕ ਮੌਕਾ ਤੇ ਆਉਣ ਦਿਓ। ਜੇ ਅਸੀਂ ਗੁੱਡ ਡਿਲੀਵਰ ਨਹੀਂ ਕਰਾਂਗੇ, ਜਿਹੜਾ ਮਰਜ਼ੀ ਸਾਡਾ ਨਾਂ ਰੱਖ ਲਿਓ। ਜੇ ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਲੜਾਂਗੇ, ਚੰਗੇ ਕੰਮ ਕਰਾਂਗੇ, ਸਮਾਜ 'ਚ ਤਬਦੀਲੀ ਵਾਸਤੇ ਲੜਾਂਗੇ, ਕਰਪਸ਼ਨ ਖਤਮ ਕਰਨ ਵਾਸਤੇ ਲੜਾਂਗੇ, ਨਸ਼ੇ ਖਤਮ ਕਰਨ ਵਾਸਤੇ ਲੜਾਂਗੇ, ਬੱਚਿਆਂ ਦੇ ਗਰੀਬਾਂ ਦੇ ਭਵਿੱਖ ਬਾਰੇ ਸੋਚਾਂਗੇ, ਫਿਰ ਤੇ ਸਾਨੂੰ ਇਹ ਕੋਈ ਗੱਲਾਂ ਨਹੀਂ ਕਰ ਸਕਦਾ। ਬਿਲਕੁਲ ਜੇ ਕੋਈ ਅਸੀਂ ਗੱਲ ਅਸੀਂ ਕਰਾਂਗੇ, ਤੁਸੀਂ ਹਾਲੀ ਫਸਟ ਆਫ ਆਲ ਹਾਲੀ ਸਾਨੂੰ ਦੇਖਿਆ ਵੀ ਕਿਸੇ ਨੇ ਵੀ ਤੇ ਪਹਿਲਾਂ ਹੀ ਤੁਸੀਂ ਉਹ C ਟੀਮ ਆ, D ਟੀਮ ਆ, ਇਹ ਤਾਂ ਐਸਟੈਬਲਿਸ਼ ਨੇ ਦੋਵੇਂ ਟੀਮਾਂ, ਇਹਨਾਂ ਦਾ ਤਾਂ ਪਤਾ ਵਾ ਸਾਨੂੰ। ਅਸੀਂ ਇਹੀ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਭਈ ਇੱਕ ਮੌਕਾ ਦੇ ਕੇ ਦੇਖੋ, ਫਿਰ ਸਾਡੇ ਕੰਮ ਦੀ ਬਣਾ ਤੇ ਸਾਡੇ ਨਾਲ ਜਿਹੜਾ ਮਰਜ਼ੀ ਨਾਂ ਰੱਖ ਲਿਓ। ਜੇ ਚੰਗਾ ਕੰਮ ਕਰਾਂਗੇ ਚੰਗਾ ਨਾਂ ਰੱਖ ਲਿਓ, ਜੇ ਮਾੜਾ ਕਰਾਂਗੇ ਮਾੜਾ ਨਾਂ ਰੱਖ ਲਿਓ। ਤਾਂ ਵੀਰ ਜਿਸ ਤੁਸੀਂ ਕੰਮ ਦੀ ਗੱਲ ਕੀਤੀ, ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ, ਪੰਜਾਬ ਦੇ ਹਿੱਤਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਤਾਂ ਸਾਡੇ ਸਾਹਮਣੇ ਹੈਗੀ, ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਭ ਤੋਂ ਵੱਧ ਜਿਹੜੀ ਆਬਾਦੀ ਹੈਗੀ ਉਹ ਸਿੱਖਾਂ ਦੀ ਹੈਗੀ। ਸਿੱਖਾਂ ਦੇ ਆਪਣੇ ਬਹੁਤ ਜ਼ਿਆਦਾ ਮਸਲੇ ਹੁੰਦੇ ਨੇ। ਜਿਹੜੀ ਆਮ ਆਦਮੀ ਪਾਰਟੀ ਉਹ ਕੀ ਡਿਲੀਵਰ ਕਰੇਗੀ ਸਾਡੇ ਸਿੱਖਾਂ ਦੇ ਲਈ ਜਾਂ ਪੰਜਾਬੀ ਲਈ ਸਮਥਿੰਗ ਡਿਫਰੈਂਟ ਜਿਹੜੀ ਬਾਕੀ ਪਾਰਟੀਆਂ ਨਹੀਂ ਕਰ ਰਹੀਆਂ? ਮੇਰਾ ਖਿਆਲ ਹੈ ਭੈਣ ਜੀ, ਜੇ ਇਨਸਾਫ ਹੋਏ, ਕਰਪਸ਼ਨ ਖਤਮ ਹੋਵੇ, ਹਰ ਕਮਿਊਨਿਟੀ ਨੂੰ ਇਨਸਾਫ ਮਿਲ ਸਕਦਾ ਵਾ। ਇਹ ਜਿਹੜਾ ਦੇਸ਼ ਜਿਹੜਾ ਗੁਲਦਸਤਾ ਵਾ, ਅਸੀਂ ਤਾਂ ਕਹਿੰਦੇ ਕਿਸੇ ਵੀ ਕਮਿਊਨਿਟੀ ਦੇ ਨਾਲ ਜਾਤੀ ਨਹੀਂ ਹੋਣੀ ਚਾਹੀਦੀ, ਚਾਹੇ ਦਲਿਤ ਨੇ, ਚਾਹੇ ਕ੍ਰਿਸਚਨ ਨੇ, ਚਾਹੇ ਮੁਸਲਿਮ ਨੇ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ। ਇਹ ਸਾਰਿਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਦਾ ਯੋਗਦਾਨ ਆ, ਸਾਰਿਆਂ ਨੇ ਕੰਟਰੀਬਿਊਟ ਕੀਤਾ ਦੇਸ਼ ਵਾਸਤੇ। ਤਾਂ ਇਹ ਦੇਸ਼ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਹੈ, ਸਾਰਿਆਂ ਦਾ। ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਜੇ ਕਾਨੂੰਨ ਫੇਅਰ ਹੋਵੇ, ਕਾਨੂੰਨ ਦੀ ਇੰਪਲੀਮੈਂਟੇਸ਼ਨ ਸਹੀ ਹੋਵੇ, ਤਾਂ ਮੇਰਾ ਖਿਆਲ ਕੋਈ ਕਮਿਊਨਿਟੀ ਵੀ ਨਾਰਾਜ਼ ਨਹੀਂ ਹੋਊਗੀ।
ਸੋ ਵੀਰ ਜੀ ਮੈਂ ਇੱਕ ਹੋਰ ਮੁੱਦਾ ਤੁਹਾਡੇ ਵਿਚਾਰ ਲੈਣਾ ਚਾਹਾਂਗੀ। ਜਿਸ ਤਰ੍ਹਾਂ ਜਦੋਂ ਫੇਸਬੁੱਕ ਖੁੱਲੀ ਤੇ ਅਸੀਂ ਮਿਸਟਰ ਫੁਲਕਾ ਦੀ ਪਿਕਚਰਸ ਦੇਖਦੇ ਹਾਂ, ਜਿਸ ਤਰ੍ਹਾਂ ਕੈਨੇਡਾ ਦੀ ਸਿੱਖ ਸੰਗਤਾਂ ਨੇ ਐਡਵੋਕੇਟ ਫੁਲਕਾ ਦੇ ਆਉਣ ਦੇ ਪ੍ਰੋਟੈਸਟ ਕੀਤੇ ਨੇ ਕਿਉਂਕਿ ਮਿਸਟਰ ਫੁਲਕਾ ਨੇ ਬਾਹਰ ਦੇ ਸਿੱਖਾਂ ਨੂੰ ਰੈਡੀਕਲ ਸਿੱਖ ਕਿਹਾ। ਆਈ ਨੋ ਕਿ ਇਸ ਤਰ੍ਹਾਂ ਦੇ ਜਿਹੜੇ ਵਰਡ ਸੀਗੇ, ਇਸ ਤਰ੍ਹਾਂ ਦੇ ਜਿਹੜੇ ਗੱਲਾਂ ਹੁੰਦੀਆਂ ਵਾ, ਇਹ ਜਿਹੜੇ ਭਾਰਤ ਸਿੱਖ ਵਿਰੋਧੀ ਤਾਕਤਾਂ ਸੀਗੀਆਂ ਉਹ ਤਾਂ ਯੂਜ਼ ਕਰਦੀਆਂ ਸੀਗੀਆਂ, ਪਰ ਮਿਸਟਰ ਫੁਲਕਾ ਇਹਨਾਂ ਨੂੰ ਇਸ ਤਰ੍ਹਾਂ ਦੀ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਸੀ। ਪਰ ਜਿਹੜੀ ਇਹਨਾਂ ਨੇ ਇਹ ਰੈਡੀਕਲ ਸਿੱਖ ਕਿਹਾ ਬਾਹਰ ਦੇ ਸਿੱਖਾਂ ਨੂੰ, ਤੁਸੀਂ ਇਸ ਸਟੇਟਮੈਂਟ ਤੇ ਕੀ ਕਹਿਣਾ ਚਾਹੋਗੇ? ਦੇਖੋ ਬੜੇ ਮੈਂ ਪਾਰਟੀ ਦੇ ਬੰਦੇ, ਮੈਂ ਐਸੀ ਕੋਈ ਗੱਲ ਨਹੀਂ ਕਰ ਸਕਦਾ। ਇਹਨਾਂ ਨੇ ਤੁਸੀਂ ਮੈਨੂੰ ਮਾਫ ਕਰੋ, ਘੱਟੋ ਘੱਟ ਮੇਰੀ ਤੁਸੀਂ ਇੰਟਰਵਿਊ ਲੈ ਰਹੇ ਜੇ ਮੇਰੇ ਕੋਲ ਕੋਈ ਗੱਲ ਹੋਊਗੀ ਤਾਂ ਫੁਲਕਾ ਸਾਹਿਬ ਹੀ ਉੱਤੇ ਜਵਾਬ ਦੇ ਸਕਦੇ। I mean, like, I hope ਕਿ ਤੁਸੀਂ ਰੀਚ ਆਊਟ ਕਰੋਗੇ ਬਿਕੋਜ਼ ਮਿਸਟਰ ਫੁਲਕਾ ਦੀ ਇੰਨੀ ਇੱਜ਼ਤ ਸੀਗੀ ਸਿੱਖ ਕੌਮ ਦੇ ਵਿੱਚ, ਬਿਕੋਜ਼ 84 ਦੇ ਵਿੱਚ ਜੋ ਸਾਡਾ ਨਸਲ ਕੁਸ਼ੀ ਹੋਈ, ਇੰਨੇ ਸਾਲ ਹੋ ਗਏ ਕਿ ਉਹ ਹੰਡਾਉਂਦੇ ਰਹੇ ਨਾ ਕੇਸਾਂ ਦੇ ਨੂੰ, ਪਰ ਐਟ ਦੀ ਐਂਡ ਆ ਕੇ ਉਹਨਾਂ ਨੇ ਆਪਣੇ ਸਿੱਖ ਵੀਰਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੇ ਰੈਡੀਕਲ ਸਿੱਖ ਕਹਿ ਦਿੱਤਾ। ਸੋ ਇਟਸ ਅ ਵੈਰੀ ਬੈਡ ਥਿੰਗ ਦੈਟ ਵਾਟ ਹੀ ਡਿਡ। ਸੋ ਆਈ ਹੋਪ ਕਿ ਤੁਸੀਂ ਤੁਸੀਂ ਪੰਜਾਬ ਦੇ ਕਨਵੀਨਰ ਹੋ, ਤੁਸੀਂ ਉਹਨਾਂ ਨੂੰ ਰੀਚ ਆਊਟ ਕਰਕੇ ਇਸ ਚੀਜ਼ ਤੇ ਗੱਲਬਾਤ ਕਰੋਗੇ। ਸੋ ਐਨੀਵੇਜ਼ ਵੀਰ ਜੀ, ਥੈਂਕ ਯੂ ਸੋ ਮਚ। ਤੇ ਐਨੀਵੇਜ਼ ਵੀਰ ਜੀ, ਹੁਣ ਅਸੀਂ ਆਪਣੇ ਹੋਰ ਸਵਾਲਾਂ ਦੇ ਉੱਪਰ ਜਾਂਦੇ ਹਾਂ। ਇਸ ਵੇਲੇ ਕਿਉਂਕਿ 2017 ਦੀਆਂ ਚੋਣਾਂ ਨੇੜੇ ਆ ਗਈਆਂ ਨੇ, ਇਸ ਵੇਲੇ ਆਮ ਆਦਮੀ ਪਾਰਟੀ ਦੀਆਂ ਕੀ ਤਿਆਰੀਆਂ ਚੱਲ ਰਹੀਆਂ ਨੇ? ਓਵਰਆਲ ਫਿਊਚਰ ਦੇ ਵਿੱਚ ਹੁਣ ਕੀ ਹੋਵੇਗਾ? ਬੇਟੇ ਅਸੀਂ ਅੱਗੇ ਪਹਿਲਾਂ ਸਾਡਾ ਪੰਜਾਬ ਜੋੜੋ ਦਾ ਪ੍ਰੋਗਰਾਮ ਚੱਲਦਾ ਸੀ, ਹੁਣ ਸਾਡਾ ਪਰਿਵਾਰ ਜੋੜੋ ਦਾ ਪ੍ਰੋਗਰਾਮ ਚੱਲ ਰਿਹਾ। ਲੋਕ ਪਾਰਟੀ ਦੇ ਨਾਲ ਬੜੇ ਖੁਸ਼ ਹੋ ਕੇ ਜੁੜ ਰਹੇ ਆ। ਕਈਆਂ ਥਾਵਾਂ ਤੇ ਜਿੱਥੇ ਸਰਕਾਰ ਦਾ ਹਾਲੀ ਦਬਾਅ ਹੈਗਾ, ਸਰਕਾਰ ਦੇ ਜਿਹੜੇ ਹਲਕਾ ਇੰਚਾਰਜ ਲੋਕਾਂ ਦੇ ਤਸ਼ੱਦਦ ਕਰ ਰਹੇ, ਲੋਕਾਂ ਦੇ ਪਿੱਛੇ ਕੇਸ ਬਣਾ ਰਹੇ, ਉੱਥੇ ਕਿਤੇ ਕਿਤੇ ਸਾਨੂੰ ਲੋਕਾਂ ਨੇ ਇਹ ਕਿਹਾ ਵੀ ਹਾਲੀ 2-4 ਮਹੀਨੇ ਖਲੋ ਜਾਓ। ਔਰ ਪਰ ਮੈਨੂੰ ਪਤਾ ਕਿ ਮੈਨੂੰ ਵੀ 40-42 ਸਾਲ ਹੋ ਗਏ ਲੋਕਾਂ 'ਚ ਵਿਚਰ ਰਿਹਾ। ਮੇਰੇ ਕੋਲ ਚੇਂਜਸ ਹੋਣਗੇ ਯਾਰ, ਤਾਂ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਐਰਕਾ ਇਹਨਾਂ ਦੋਵਾਂ ਪਾਰਟੀਆਂ ਤੋਂ ਖੜਾ ਛਡਾਉਣ ਦਾ, ਔਰ ਜੋ ਵੀ ਬੈਸਟ ਪੋਸੀਬਲ ਹੋ ਸਕਦਾ ਅਸੀਂ ਦਿਨ ਰਾਤ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ ਪੰਜਾਬ ਬਚਾਉਣ ਵਾਸਤੇ, ਪੰਜਾਬ ਦਾ ਕਿਸਾਨ ਨੂੰ ਬਚਾਉਣ ਵਾਸਤੇ, ਇੰਡਸਟਰੀ ਬਚਾਉਣ ਵਾਸਤੇ, ਨੌਜਵਾਨਾਂ ਨੂੰ, ਗਰੀਬਾਂ ਨੂੰ, ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ, ਉਹਨਾਂ ਦੇ ਇੰਟਰਸਟ ਵਾਸਤੇ ਜੋ ਵੀ ਸਾਡੇ ਕੋਲ ਬੈਸਟ ਪੋਸੀਬਲ ਹੋ ਸਕਦਾ। ਓਕੇ, ਕਿਉਂਕਿ ਕਾਫੀ ਸਾਰੇ ਜਿਹੜੇ ਤੁਸੀਂ ਪਿਛਲੀ ਗੱਲ ਦੱਸੀ ਸੀਗੀ ਕਿ ਜਦੋਂ ਕੇਜਰੀਵਾਲ ਪੰਜਾਬ ਦੇ ਵਿੱਚ ਆਏ ਸੀ, ਕਿਸ ਤਰ੍ਹਾਂ ਸਿੱਖ ਬਜ਼ੁਰਗਾਂ ਨੇ ਆਪਣੀਆਂ ਪੱਗਾਂ ਲਾ ਕੇ, ਤੁਸੀਂ ਕਿਹਾ ਸੀ ਕਿਸ ਤਰ੍ਹਾਂ ਕੇਜਰੀਵਾਲ ਦੇ ਸਿਰ ਤੇ ਰੱਖਦੀ ਹੈ। ਸੋ ਕਾਫੀ ਲੋਕਾਂ ਨੂੰ ਉਹਨਾਂ ਤੋਂ ਉਮੀਦ ਵੀ ਹੈਗੀ ਆ ਤੇ ਵਿਸ਼ਵਾਸ ਵੀ ਹੈਗਾ। ਅੱਖੀਂ ਡਿੱਠਾ ਜੀ, ਉਹ ਤਾਂ ਮੇਰਾ ਅੱਖੀਂ ਡਿੱਠਾ ਵੀ ਲੋਕਾਂ ਨੇ ਆਪਣੇ ਸਿਰ ਤੋਂ ਪੱਗ ਲਾ ਕੇ ਸਿਰ ਤੇ ਰੱਖ ਦਿੰਦੇ ਸੀ, ਕਹਿੰਦੇ ਇਹਨਾਂ ਪੱਗ ਰੋਲ ਦਿੱਤੀ ਆ, ਤੂੰ ਪੱਗ ਬਚਾਉਣੀ ਆ। ਬਿਲਕੁਲ ਕਹਿੰਦੇ ਸੀ ਵੀ ਜਾਈ ਨਾ ਇੱਥੋਂ, ਹੁਣ ਜਾਈ ਨਾ, ਹੁਣ ਇੱਥੋਂ ਨਾ ਜਾਈ ਜੀ। ਆਈ ਹੋਪ ਕਿ ਉਹ ਉਮੀਦ ਤੇ ਵਿਸ਼ਵਾਸ ਤੇ ਕੇਜਰੀਵਾਲ ਖਰੇ ਉਤਰਨਗੇ 2017 ਦੇ ਵਿੱਚ, ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਹੈਗੀ, ਇੱਕ ਪਾਸੇ ਕਾਂਗਰਸ ਹੈਗੀ, ਇੱਕ ਪਾਸੇ ਬਾਦਲ ਹੈਗੀ ਹੈ। ਦੋਨੇ ਪਾਸੇ ਸਾਨੂੰ ਦੋਨਾਂ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਪਤਾ ਔਰ ਇਤਿਹਾਸ ਸਾਨੂੰ ਪਤਾ ਹੈਗਾ, ਪਰ ਆਮ ਆਦਮੀ ਪਾਰਟੀ ਕਿਉਂਕਿ ਨਿਊ ਹੈਗੀ, ਇਸ ਲਈ ਕਾਫੀ ਸਾਰੇ ਜਿਹੜੇ ਸਾਡੇ ਸਿੱਖ ਵੀਰ ਨੇ ਉਹਨਾਂ ਨੂੰ ਇਸ ਤੇ ਵਿਸ਼ਵਾਸ ਹੈਗਾ। ਸੋ ਆਈ ਹੋਪ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਸ਼ਵਾਸ ਨੇ, ਜਿਹੜੇ ਵਾਅਦੇ ਕੀਤੇ ਗਏ ਨੇ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ, ਉਹ ਪੂਰੇ ਕਰਨ ਇਹ ਪਾਰਟੀ ਵਾਲੇ। ਰਾਈਟ ਵੀਰ ਜੀ? ਜ਼ਰੂਰ ਜੀ, ਜ਼ਰੂਰ ਭੈਣ ਜੀ, ਜੋ ਵੀ ਹੋਇਆ ਅਸੀਂ ਆਪਣੀ ਸਟੇਟ ਦਾ ਇੰਟਰਸਟ ਜ਼ਰੂਰ ਬਾਤ ਕਰਾਂਗੇ। ਹਰ ਬੰਦੇ ਦਾ ਆਪਣੇ ਘਰ ਵਾਸਤੇ ਇੰਟਰਸਟ ਹੁੰਦਾ, ਸਾਡਾ ਵੀ ਇੰਟਰਸਟ ਹੋਵੇਗਾ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ, ਕਿਉਂਕਿ ਕੁਐਸਚਨ ਇੱਕ ਅੱਧਾ ਹੋਰ ਹੈਗਾ ਪਰ ਸਾਡਾ ਜਿਹੜਾ ਟਾਈਮ ਹੈਗਾ ਉਹ ਸਮਾਪਤੀ ਵੱਲ ਜਾ ਰਿਹਾ। ਤੁਹਾਡੇ ਕੋਲ ਇਜਾਜ਼ਤ ਹੈ ਕਿ ਤੁਸੀਂ ਐਟਲੀਸਟ ਇਹਨਾਂ ਮੁੱਦਿਆਂ ਦੇ ਉੱਪਰ ਸਟਰੋਂਗ ਸਟੈਂਡ ਲੈ ਕੇ, ਸਪੈਸ਼ਲੀ SYL ਦਾ ਜਿਹੜਾ ਮੁੱਦਾ ਹੈਗਾ ਉਸ ਤੇ ਸਟਰੋਂਗ ਸਟੈਂਡ ਲਿੱਤਾ, ਅਤੇ ਹਰਿਆਣੇ ਵਾਲੇ ਤੇ ਐਟਲੀਸਟ ਕੇਜਰੀਵਾਲ ਜੀ ਨੇ ਕੁਝ ਬੋਲਿਆ ਹੈ, ਕਿਉਂਕਿ ਬਾਕੀ ਪਾਰਟੀਆਂ ਤੇ ਉਸ ਦੇ ਉੱਪਰ ਕੋਈ ਸਟੈਂਡ ਨਹੀਂ ਲਿੱਤਾ, ਚਾਹੇ ਉਹ ਆਪਣੀ ਬਾਦਲ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ। ਸੋ ਥੈਂਕ ਯੂ ਸੋ ਮਚ ਫॉर ਯੂਰ ਕਾਈਂਡ ਇਨਫੋਰਮੇਸ਼ਨ ਕਿ ਤੁਸੀਂ ਸਾਡੇ ਪੂਰੇ ਵੇਰਵੇ ਸਹਿਤ ਇਹਨਾਂ ਵਿਸ਼ਿਆਂ ਤੇ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।